ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 355 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਸ਼ਬਦ ਚੱਲ ਰਹੇ ਹਨ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ 5 ਪਦਿਆਂ ਦਾ ਸ਼ਬਦ ਹੈ, 20ਵਾਂ ਸ਼ਬਦ ਹੈ। ਆਇਆਮ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਛ ਪਾਤੀ। ਦੁਨੀਆ ਤੇ ਦੋ ਚੀਜ਼ਾਂ ਨੂੰ ਬੜੀ ਮਹਾਨਤਾ ਦਿੱਤੀ ਗਈ। ਇੱਕ ਤਾਂ ਧਰਮ ਦੇ ਜਿਹੜੇ ਕਰਮ ਕੀਤੇ ਜਾਂਦੇ ਨੇ, ਧਾਰਮਿਕ ਰਸਮਾਂ, ਇੱਕ ਧਾਰਮਿਕ ਪਹਿਰਾਵਾ। ਗੁਰੂ ਪਾਤਸ਼ਾਹ ਨੇ ਇੱਕ ਵੱਖਰੀ ਬਾਤ ਦਿੱਤੀ ਵੀ ਜਿੰਨਾ ਚਿਰ ਤੇਰਾ ਸੁਭਾਅ ਤੇ ਤੇਰੀ ਸੋਚ ਨਹੀਂ ਸੰਵਰੀ, ਰੱਬੀ ਉਪਦੇਸ਼ਾਂ ਨੂੰ ਆਪਣੇ ਸੋਚ ਸੁਭਾਅ ਤੇ ਲਾਗੂ ਕਰਕੇ ਉਸ ਨੂੰ ਪ੍ਰੈਕਟੀਕਲ ਜਿਉਇਆ ਨਹੀਂ, ਉਹਨਾਂ ਚਿਰ ਤੇਰਾ ਕੋਈ ਵੀ ਧਾਰਮਿਕ ਕਰਮ ਜਾਂ ਧਾਰਮਿਕ ਪਹਿਰਾਵਾ ਕਿਸੇ ਮਾਇਨੇ ਨਹੀਂ ਰੱਖਦਾ। ਤੇ ਸਤਿਗੁਰੂ ਜੀ ਕੰਪੈਰੇਟਿਵਲੀ ਉਸ ਦੀ ਸਾਡੇ ਸਾਹਮਣੇ ਇੱਕ ਵਿਆਖਿਆ ਰੱਖ ਰਹੇ ਨੇ। ਬ੍ਰਾਹਮਣ ਦੇ ਧੋਤੀ ਪਹਿਨੀ ਹੁੰਦੀ ਸੀ, ਜਨੇਊ ਪਾਇਆ ਹੁੰਦਾ ਸੀ। ਗੁਰੂ ਪਾਤਸ਼ਾਹ ਕਹਿਣ ਲੱਗੇ, ਪਿਆਰਿਆ, ਇਹ ਤਾਂ ਸਰੀਰ ਦੇ ਜਨੇਊ ਪਹਿਨ ਲਿਆ ਤੂੰ, ਸਰੀਰ ਦੇ ਧੋਤੀ ਪਹਿਨ ਲਈ। ਜਿਹੜਾ ਜੀਵਨ ਹੈ ਨਾ ਅੰਦਰ ਸੋਚ ਸੁਭਾਅ ਵਾਲਾ, ਉਹ ਅਸਲੀ ਬ੍ਰਾਹਮਣ ਤਾਂ ਉਹਨੇ ਬਣਨਾ ਹੈ, ਧਰਮੀ ਤਾਂ ਉਹਨੇ ਬਣਨਾ ਹੈ। ਕਾਇਆ ਬ੍ਰਹਮਾ, ਤੇ ਉਹ ਜਿਸ ਨੂੰ ਅਸੀਂ ਧਰਮੀ ਬਣਾਉਣਾ ਹੈ ਸਾਡੇ ਜੀਵਨ ਨੂੰ, ਤੇ ਉਹਦੇ ਜਿਹੜਾ ਪਹਿਰਾਵਾ ਹੈ, ਧੋਤੀ ਹੈ, ਉਹ ਮਨ ਹੈ, ਸੁਭਾਅ ਹੈ। ਇਹ ਜੀਵਨ ਰੂਪੀ ਜਿਹੜਾ ਧਰਮੀ ਹੈ ਨਾ, ਧਰਮੀ ਜੀਵਨ, ਮਨ ਦਾ ਪਹਿਰਾਵਾ ਹੈ, ਸੁਭਾਅ ਦਾ ਪਹਿਰਾਵਾ ਹੈ। ਗਿਆਨ ਜਨੇਊ, ਤੇ ਉਸ ਨੂੰ ਆਪਣੇ ਆਪ ਦੀ, ਰੱਬ ਦੇ ਨਿਯਮਾਂ ਦੀ, ਰੱਬੀ ਉਪਦੇਸ਼ ਦੀ, ਰੱਬ ਦੇ ਗੁਣਾਂ ਦੀ ਜ਼ਿੰਦਗੀ 'ਚ ਜਿਉਂ ਕੇ ਜਿੰਨਾ ਕੁ ਗਿਆਨ ਹੈ, ਉਹ ਅਸਲੀ ਜਨੇਊ ਹੈ ਅੰਦਰਲੇ ਜੀਵਨ ਦਾ। ਤੇ ਧਿਆਨ, ਹਰ ਵੇਲੇ ਰੱਬ ਦੀ ਭੈ ਭਾਵਨੀ ਵਿੱਚ ਫੈਸਲੇ ਲੈਣੇ, ਹਰ ਵੇਲੇ ਰੱਬੀ ਉਪਦੇਸ਼ ਅਨੁਸਾਰ ਫੈਸਲੇ ਲੈਣੇ। ਇਹ ਕੁਸ਼ਪਾਤੀ ਹੁੰਦਾ ਹੈ। ਕੁਸ਼ ਸ਼ਬਦ ਸੰਸਕ੍ਰਿਤੀ ਦਾ ਸੰਗਿਆ ਸ਼ਬਦ ਹੈ। ਦੱਬ ਕਹਿੰਦੇ ਨੇ ਇਹਨੂੰ ਪੰਜਾਬ ਦੇ ਪਿੰਡਾਂ ਵਿੱਚ। ਇੱਕ ਕਿਸਮ ਦਾ ਇਹ ਘਾਹ ਹੁੰਦਾ ਹੈ। ਇਹਨੂੰ ਹਿੰਦੂਇਜ਼ਮ ਦੇ ਵਿੱਚ ਬ੍ਰਾਹਮਣ ਲੋਕ ਬਹੁਤ ਪਵਿੱਤਰ ਮੰਨਦੇ ਸੀ। ਜਦੋਂ ਕੋਈ ਮਰ ਜਾਂਦਾ ਸੀ, ਇਹ ਦੱਬ ਜਿਹੜੀ ਸੀ, ਕੁਸ਼ ਵੀ ਕਹਿੰਦੇ ਇਹਨੂੰ, ਇਹ ਥੱਲੇ ਵਿਛਾ ਦਿੱਤੀ ਜਾਂਦੀ ਸੀ। ਤੇ ਬ੍ਰਾਹਮਣ ਜਦੋਂ ਕੋਈ ਧਾਰਮਿਕ ਰਸਮਾਂ ਨਿਭਾਉਂਦਾ ਸੀ ਤਾਂ ਉਹ ਜਿਹੜੀ ਦੱਬ ਹੈ, ਘਾਹ ਹੈ, ਉਹਦੀ ਇੱਕ ਗੋਲ ਜੀ ਮੁੰਦਰੀ ਜੀ ਬਣਾ ਕੇ ਉਂਗਲੀ 'ਚ ਪਹਿਨ ਲੈਂਦਾ ਸੀ। ਸਤਿਗੁਰੂ ਜੀ ਕਹਿੰਦੇ ਸਰੀਰ ਦਾ ਪਹਿਰਾਵਾ, ਸਰੀਰ ਦੇ ਕਰਮ ਕਿਸੇ ਮਾਇਨੇ ਨਹੀਂ ਰੱਖਦੇ ਜੇ ਸੋਚ ਸੁਭਾਅ ਨੂੰ ਨਹੀਂ ਬਦਲਿਆ ਹੋਵੇ। ਹੁਣ ਸਤਿਗੁਰੂ ਜੀ ਕਹਿੰਦੇ ਜੇ ਧਿਆਨ ਇਸ ਚੀਜ਼ ਵੱਲ ਹੋਵੇ ਕਿ ਮੈਂ ਰੱਬ ਦੇ ਭੈ ਵਿੱਚ ਫੈਸਲੇ ਲੈਣੇ ਨੇ, ਰੱਬੀ ਨਿਯਮ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਨੇ, ਤੇ ਰੱਬ ਦੇ ਉਪਦੇਸ਼ ਅਨੁਸਾਰ ਫੈਸਲੇ ਲੈਣੇ ਨੇ, ਇਹ ਜਿਹੜਾ ਧਿਆਨ ਹੈ ਨਾ, ਇਹੋ ਹੀ ਦੱਬ ਹੈ ਪਿਆਰਿਆ। ਤੂੰ ਉਸ ਨੂੰ ਪਵਿੱਤਰ ਮੰਨੀ ਜਾਂਦਾ। ਹਰ ਨਾਮਾਂ ਜਸ ਜਾਨ ਚਾਹੁੰਨਾ, ਤੇ ਰੱਬ ਦਾ ਨਾਮ, ਰੱਬੀ ਉਪਦੇਸ਼, ਜਿਸ ਨੇ ਸਾਡੇ ਸੋਚ ਸੁਭਾਅ ਤੇ ਚੋਟਾਂ ਮਾਰਨੀਆਂ ਨੇ। ਰੱਬ ਦੇ ਉਪਦੇਸ਼ਾਂ ਨੇ ਸਾਨੂੰ ਹਲੂਣੇ ਦੇਣੇ ਨੇ। ਰੱਬ ਦੇ ਉਪਦੇਸ਼ ਰਾਹੀਂ ਹੀ ਆਤਮ ਪੜਚੋਲ ਹੋਣੀ ਹੈ ਕਿ ਮੈਂ ਇਸ ਉਪਦੇਸ਼ ਅਨੁਸਾਰ ਜਿਉ ਰਿਹਾ ਕਿ ਨਹੀਂ ਜਿਉ ਰਿਹਾ। ਉਸ ਰੱਬੀ ਉਪਦੇਸ਼ ਨੂੰ, ਗਿਆਨ ਰੂਪੀ ਨਾਮ ਨੂੰ ਮੰਗਣਾ, ਇਹ ਦਛਣਾ ਹੈ। ਗੁਰ ਪ੍ਰਸਾਦੀ ਬ੍ਰਹਮ ਸਮਾਉ, ਉਹ ਜੋ ਫਿਰ
ਉਹ ਰੱਬੀ ਉਪਦੇਸ਼ ਹੈ ਨਾ, ਉਹਦੇ ਵਿੱਚ ਜਿਹੜੀ ਜੁਗਤ ਦੱਸੀ ਗਈ ਹੈ ਜੀਵਨ ਜਿਉਣ ਦੀ, ਗੁਰ ਦਿੱਤਾ ਗਿਆ, ਉਹ ਜਿਹੜਾ ਗੁਰ ਸਰੂਪ ਹੈ, ਉਹਦੀ ਕਿਰਪਾ ਹੋਣੀ ਹੈ। ਤੇ ਉਸ ਦੀ ਕਿਰਪਾ ਦੇ ਨਾਲ ਫਿਰ ਇਹ ਮਨ ਜਿਹੜਾ ਹੈ ਰੱਬ ਦੇ ਪਿਆਰ ਵਿੱਚ, ਰੱਬ ਦੇ ਭੈ ਵਿੱਚ ਸਮਾਇਆ ਰਹਿੰਦਾ ਹੈ। ਅਸਲੀ ਧਰਮੀ ਅੰਦਰੋਂ ਬਣਨਾ ਹੈ। ਪਾਂਡੇ ਐਸਾ ਬ੍ਰਹਮ ਵਿਚਾਰ, ਹੈ ਪੰਡਿਤ ਜੀ, ਜੇ ਤੂੰ ਆਪਣੇ ਆਪ ਨੂੰ ਗਿਆਨਵਾਨ ਮੰਨਦਾ ਹੈ, ਪੰਡਿਤ ਨਾਮ ਵਿਦਵਾਨ ਦਾ ਹੈ, ਤਾਂ ਇਹ ਵਿਚਾਰ ਕਰ, ਅੰਦਰਲੇ ਸੋਚ ਸੁਭਾਅ ਦੀ ਵਿਚਾਰ ਕਰ ਤੇ ਲੋਕਾਂ ਨੂੰ ਦੱਸ। ਇਸ ਸੋਚ ਸੁਭਾਅ ਨੂੰ ਬਦਲਣਾ ਹੈ, ਸੰਵਾਰਨਾ ਹੈ, ਸ਼ਿੰਗਾਰਨਾ ਹੈ। ਸਮਝਾ ਉਹਨਾਂ ਨੂੰ ਕਿ ਕਿਹੜਾ ਹਿੱਸਾ ਸੁਭਾਅ ਦਾ ਬਦਲਣਾ ਹੈ, ਕਿਹੜੀ ਕਿਹੜੀ ਸੋਚ ਬਦਲਣੀ ਹੈ, ਕਿਹੜੀਆਂ ਕਿਹੜੀਆਂ ਆਦਤਾਂ ਬਦਲਣੀਆਂ ਨੇ, ਤੇ ਕਿਹੜੀਆਂ ਕਿਹੜੀਆਂ ਆਦਤਾਂ ਸੋਚ ਸੁਭਾਅ ਨਵਾਂ ਲੈ ਕੇ ਆਉਣਾ। ਵਿਚਾਰ ਕਰ ਇਸ ਦੀ। ਨਾਮੇ ਸੋਚ, ਨਾਮੋ ਪੜੋ, ਨਾਮੇ ਚੱਜ ਆਚਾਰ ਰਹਾਓ। ਉਹ ਜੋ ਰੱਬੀ ਉਪਦੇਸ਼ ਹੈ, ਉਸ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਜਿਉਣਾ ਹੀ ਅਸਲੀ ਸੁਚਮਤਾ ਹੈ। ਉਹਦੇ ਨਾਲ ਨਿਰਮਲ ਸੋਚ, ਨਿਰਮਲ ਸੁਭਾਅ, ਨਿਰਮਲ ਜਜ਼ਬੇ, ਸ਼ੁੱਧ ਨੀਅਤ, ਸ਼ੁੱਧ ਮਿਸ਼ਨ ਅੰਦਰ ਪੈਦਾ ਹੋਏਗਾ। ਉਸ ਨੂੰ ਸਮਝਣਾ ਹੀ ਅਸਲੀ ਪੜ੍ਹਨਾ ਹੈ ਪਿਆਰਿਆ। ਨਾਮੋ ਚੱਜ ਆਚਾਰ, ਚੱਜ ਆਚਾਰ ਹੁੰਦਾ ਧਾਰਮਿਕ ਰਸਮਾਂ। ਅਸਲੀ ਧਾਰਮਿਕ ਰਸਮ ਆ ਹੈ, ਰੱਬ ਦੇ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਨਾ, ਸੋਚ ਸੁਭਾਅ ਨੂੰ ਪੜਚੋਲਣਾ ਤੇ ਇਸ ਨੂੰ ਬਦਲਣਾ। ਰਹਾਓ, ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਬਾਹਰ ਜਨੇਊ ਜੇ ਚਰ ਜੋਤ ਹੈ ਨਾਲ, ਆ ਤੇਰਾ ਬਾਹਰਲਾ ਜਨੇਊ ਇਸ਼ਾਰਾ ਹੈ, ਧਾਰਮਿਕ ਪਹਿਰਾਵਾ। ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਸਰੀਰ ਵਿੱਚ ਜੋਤ ਹੈ ਪਿਆਰਿਆ। ਸੋਚ, ਇਹਦਾ ਸੰਬੰਧ ਸਰੀਰ ਨਾਲ ਹੈ, ਤੇਰੇ ਸੁਭਾਅ ਨਾਲ ਨਹੀਂ। ਜ਼ਰੂਰੀ ਨਹੀਂ ਇਹ ਧਾਰਮਿਕ ਪਹਿਰਾਵਾ ਪਹਿਨ ਲਿਆ ਤੇ ਹੁਣ ਇਹਦਾ ਸੁਭਾਅ ਨਿੰਦਕ ਨਹੀਂ ਹੋਏਗਾ। ਇਹ ਜ਼ਰੂਰੀ ਨਹੀਂ ਹੈ ਕਿ ਧਾਰਮਿਕ ਪਹਿਰਾਵਾ ਪਹਿਨ ਲਿਆ ਤੇ ਹੁਣ ਇਹ ਧੜੇਬੰਦੀਆਂ 'ਚ ਨਹੀਂ ਫਸਿਆ ਹੋਏਗਾ, ਨਫ਼ਰਤ ਵਿੱਚ ਨਹੀਂ ਹੋਏਗਾ, ਇਹ ਲੋਕ ਲਾਜ ਨੂੰ ਸਾਹਮਣੇ ਰੱਖ ਕੇ ਫੈਸਲੇ ਨਹੀਂ ਲਏਗਾ, ਇਹ ਹੰਕਾਰ ਗੁਮਾਨ ਵਿੱਚ ਨਹੀਂ ਹੋਏਗਾ। ਕੀ ਧਾਰਮਿਕ ਪਹਿਰਾਵਾ ਪਹਿਨ ਨਾਲ ਚੁਸਤ ਚਲਾਕੀਆਂ ਖਤਮ ਹੋ ਗਈਆਂ? ਕੀ ਚਾਪਲੂਸੀਆਂ ਕਰਨੀਆਂ, ਮੁਥਾਜੀਆਂ ਕਰਨੀਆਂ ਖਤਮ ਹੋ ਗਈਆਂ? ਇਹ ਤਾਂ ਪਿਆਰਿਆ ਸਰੀਰ ਨਾਲ ਸੰਬੰਧਿਤ ਹੈ। ਸਰੀਰ ਉਹਨਾਂ ਚਿਰ ਹੈ ਜਿੰਨਾ ਚਿਰ ਜੋਤ ਹੈ। ਧੋਤੀ ਟਿੱਕਾ ਨਾਮ ਸੰਭਾਲ, ਅਸਲੀ ਜੀਵਨ ਦਾ ਜਿਹੜਾ ਧੋਤੀ ਟਿੱਕਾ, ਇੱਥੇ ਇਸ਼ਾਰਾ ਹੈ ਧਾਰਮਿਕ ਪਹਿਰਾਵਾ। ਅੰਦਰਲੇ ਤੇਰੇ ਸੋਚ ਸੁਭਾਅ ਵਾਲੇ ਜੀਵਨ ਦਾ, ਅੰਦਰਲੇ ਜੀਵਨ ਦਾ ਜਿਹੜਾ ਧਾਰਮਿਕ ਪਹਿਰਾਵਾ ਹੈ, ਉਹ ਹੈ ਰੱਬੀ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਸੰਭਾਲ, ਪ੍ਰੈਕਟੀਕਲ ਜਿਉਂ। ਇੱਥੇ ਉੱਥੇ ਨਿਭੀ ਨਾਲ, ਇੱਥੇ ਉੱਥੇ ਹਰ ਥਾਂ ਤੇ, ਹਰ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਰੱਬੀ ਉਪਦੇਸ਼ ਨੇ ਤੈਨੂੰ ਇੱਕ ਰਹਿਨੁਮਾਈ ਕਰਨੀ ਹੈ। ਹੁਣ ਮੈਂ ਕੀ ਕਰਨਾ ਹੈ? ਕਿਤੇ ਚੁੱਪ ਹੋਣਾ, ਕਿਤੇ ਬੋਲਣਾ, ਕਿਤੇ ਅੱਗੇ ਵਧਣਾ, ਕਿਤੇ ਪਿੱਛੇ ਹਟਣਾ। ਇਹਨੇ ਤੇਰਾ ਸਾਥ ਦੇਣਾ ਹੈ। ਬਿਨ ਨਾ ਆਵੈ ਹੋਰ ਕਰਮ ਨਾ ਭਾਲ। ਇਹ ਰੱਬੀ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਧਾਰਮਿਕ ਰਸਮ, ਧਾਰਮਿਕ ਕਰਮ ਕਾਂਡ, ਉਹਨਾਂ ਤੇ ਵਿਸ਼ਵਾਸ ਨਾ ਕਰ। ਆਪਣਾ ਸਾਰਾ ਫੋਕਸ ਇਸ ਪਾਸੇ ਕਰਕੇ ਰੱਬੀ ਉਪਦੇਸ਼ ਨੂੰ ਸਮਝਣਾ ਹੈ। ਰੱਬੀ ਉਪਦੇਸ਼ ਅਨੁਸਾਰ ਆਪਣੇ ਸੋਚ ਸੁਭਾਅ ਨੂੰ ਕੰਪੇਅਰ ਕਰਨਾ ਕਿ ਮੈਂ ਇਸ ਤਰ੍ਹਾਂ ਜਿਉਂ ਰਿਹਾ। ਆਪਣੇ ਆਪ ਨੂੰ ਪੜਚੋਲਣਾ ਤੇ ਬਦਲਣਾ। ਪੂਜਾ ਪ੍ਰੇਮ ਮਾਇਆ ਪਰਜਾਲ, ਜਿੰਨੀ ਪੂਜਾ ਧਾਰਮਿਕ ਕਰਮ ਪੈਦਾ ਹੋਏ ਨਾ, ਤੇ ਲੋਕਾਂ ਦਾ ਇਸ ਧਾਰਮਿਕ ਕਰਮਾਂ ਦੇ ਨਾਲ, ਪੂਜਾ ਦੇ ਨਾਲ ਪ੍ਰੇਮ ਬਣਾ ਦਿੱਤਾ, ਇਹ ਸਾਰਾ ਅੰਦਰਲੇ ਸਵਾਰਥ ਵਿੱਚੋਂ ਨਿਕਲਿਆ। ਸਿਖਾਉਣ ਵਾਲੇ ਦਾ ਆਪਣਾ ਸਵਾਰਥ ਸੀ, ਉਹ ਆਪਣਾ ਸਵਾਰਥ ਪੂਰਾ ਕਰ ਜਾਂਦਾ ਏ। ਧਾਰਮਿਕ ਰਸਮ ਨਿਭਾਉਣ ਵਾਲੇ ਦੇ ਨਾ ਜੀਵਨ ਵਿੱਚ ਫਰਕ ਆਇਆ, ਨਾ ਸੁਭਾਅ ਵਿੱਚ ਫਰਕ ਆਇਆ, ਨਾ ਘਰ ਵਿੱਚ ਫਰਕ ਆਇਆ। ਐ ਪਿਆਰਿਆ, ਇੱਕੋ ਵੇਖੋ ਅਵਰ ਨਾ ਭਾਲ। ਉਸ ਰੱਬ ਨੂੰ, ਰੱਬ ਦੇ ਉਪਦੇਸ਼ ਨੂੰ, ਰੱਬ ਦੇ ਗੁਣਾਂ ਨੂੰ ਫੋਕਸ ਕਰ। ਹੋਰ ਪਾਸੇ ਤੋਂ ਤੈਨੂੰ ਆਨੰਦ ਨਹੀਂ ਮਿਲੇਗਾ। ਕੀਨੈ ਤਤ ਗਗਨ 10 ਦੁਆਰ, ਕਹਿੰਦੇ ਸੀ ਜੀ ਇੱਦਾਂ ਕਰੋ, ਇੱਦਾਂ ਕਰੋ, ਫਿਰ 10ਵੇਂ ਦੁਆਰ ਵਿੱਚ ਸਮਾਧੀ ਲੱਗਦੀ ਹੈ। ਸਤਿਗੁਰੂ ਕਹਿੰਦੇ ਅਸਲੀਅਤ ਨੂੰ ਪਹਿਚਾਣ ਲੈਣਾ, ਜ਼ਿੰਦਗੀ ਦੀ ਅਸਲੀ ਦਿਸ਼ਾ ਨੂੰ ਪਹਿਚਾਣ ਲੈਣਾ, ਤੇ ਜ਼ਿੰਦਗੀ ਜਿਉਣ ਦੇ ਅਸਲੀ ਤਰੀਕੇ ਨੂੰ ਪਹਿਚਾਣ ਲੈਣਾ। ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਭੈ ਭਾਵਨੀ ਵਿੱਚ, ਉਹਦੇ ਗੁਣਾਂ ਦੇ ਵਿੱਚ, ਗੁਣਾਂ ਦੇ ਸ਼ੁਕਰਾਨੇ ਵਿੱਚ, ਤੇ ਗੁਣਾਂ ਨੂੰ ਪਰਉਪਕਾਰ ਦੀ ਬਿਰਤੀ ਦੇ ਵਿੱਚ ਜਦੋਂ ਆਪਣੇ ਜੀਵਨ ਨੂੰ ਰੱਬੀ ਨਿਯਮਾਂ ਅਨੁਸਾਰ, ਰੱਬੀ ਉਪਦੇਸ਼ ਅਨੁਸਾਰ ਜਿਉਣ ਦੀ ਅਸਲੀਅਤ ਨੂੰ ਸਮਝ ਲਿਆ, ਇਹੋ ਹੀ 10ਵੇਂ ਦੁਆਰ ਦੀ ਸਮਾਧੀ ਹੈ ਗੁਰਮਤਿ ਅਨੁਸਾਰ।
ਹੀਨੈ ਤਤ ਗਗਨ ਦਸਮ ਦੁਆਰ, ਗਗਨ 10 ਦੁਆਰ। ਆ ਅਸਲੀ ਦਸਮ ਦੁਆਰ ਹੈ। ਉਸ ਅਸਲੀਅਤ ਨੂੰ ਸਮਝਣਾ, ਹਰ ਮੁੱਖ ਪਾਠ ਪੜ੍ਹੇ ਵਿਚਾਰ, ਉਹਦੀ ਨਿਸ਼ਾਨੀ, ਉਹਦੀ ਡਿਸਕਸ਼ਨ ਦੇ ਵਿੱਚ, ਉਹਦੀ ਚਰਚਾ ਦੇ ਵਿੱਚ ਰੱਬ ਦੇ ਗੁਣਾਂ ਦੀ ਵਿਚਾਰ ਹੋਏਗੀ। ਉਹ ਰੱਬੀ ਨਿਜ਼ਮ ਦੀ ਗੱਲ ਕਰੇਗਾ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੇਗਾ, ਉਹ ਗੁਣਾਂ ਦੀ ਗੱਲ ਕਰੇਗਾ, ਉਹ ਪਰਉਪਕਾਰ ਸਮਾਜ ਭਲਾਈ ਲਈ ਕੀ ਕੀਤਾ ਜਾਵੇ ਇਹਦੀ ਗੱਲ ਕਰੇਗਾ। ਉਹਦੇ ਮੁੱਖ ਤੇ ਰੱਬ ਹੋਏਗਾ। ਹਰ ਮੁੱਖ ਪਾਠ ਪੜ੍ਹੇ ਵਿਚਾਰ, ਉਸਨੇ ਜੋ ਪੜ੍ਹਿਆ ਹੈ ਧਾਰਮਿਕ ਗ੍ਰੰਥਾਂ ਵਿੱਚੋਂ, ਉਸ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਏਗਾ, ਡਿਸਕਸ਼ਨ ਵਿੱਚ ਲਿਆਏਗਾ ਤੇ ਹੋਰਨਾਂ ਨੂੰ ਵੰਡੇਗਾ। ਇਹ ਨਿਸ਼ਾਨੀ ਹੈ ਜਿਸ ਨੇ ਅਸਲੀਅਤ ਨੂੰ ਪਹਿਚਾਨ ਲਿਆ। ਭੋਜਨ ਭਾਉ ਭਰਮ ਪਾਉ ਭਾਗੈ, ਫਿਰ ਉਹਦੀ ਖੁਰਾਕ ਹੈ ਰੱਬੀ ਪਿਆਰ, ਗੁਰੂ ਦਾ ਪਿਆਰ। ਉਹ ਆਪਣੇ ਗੁਰੂ ਦੇ ਪਿਆਰ ਵਿੱਚ ਆਪਾ ਵਾਰਦਾ ਹੈ, ਰੱਬ ਦੇ ਪਿਆਰ ਵਿੱਚ ਆਪਾ ਵਾਰਦਾ ਹੈ। ਜਿਸ ਨੂੰ ਇਹ ਰੂਹਾਨੀ ਖੁਰਾਕ ਮਿਲ ਗਈ ਨਾ, ਉਹਦੇ ਅੰਦਰੋਂ ਭਰਮ ਵੀ ਦੂਰ ਹੋ ਜਾਂਦਾ ਤੇ ਭੈ ਵੀ ਦੂਰ ਹੋ ਜਾਂਦਾ। ਭਰਮ ਪਾਉ ਭਾਗੈ, ਉਹਨੂੰ ਕੋਈ ਭਰਮ ਨਹੀਂ ਹੈ, ਉਹਨੂੰ ਕਲੀਅਰ ਹੈ ਮੈਂ ਜੋ ਕਰ ਰਿਹਾ ਮੇਰੇ ਗੁਰੂ ਦੇ ਮਿਸ਼ਨ ਤੇ ਤੁਰ ਰਿਹਾ। ਉਹਨੂੰ ਡਰ ਨਹੀਂ ਕਿਸੇ ਦਾ, ਨਾ ਕਿਸੇ ਦੀ ਮੁਥਾਜੀ ਕਰੇ, ਨਾ ਗੁਲਾਮੀ ਕਰੇ, ਨਾ ਚਾਪਲੂਸੀ ਕਰੇ। ਭਰਮ ਵੀ ਦੂਰ ਹੋ ਜਾਂਦਾ ਹੈ। ਪਹਿਰੂਆਰਾ ਸ਼ਬ ਚੋਰ ਨਾ ਲਾਗੈ, ਪਹਿਰੂਆਰਾ ਪਹਿਰੇਦਾਰ, ਇਹਦਾ ਫਿਰ ਇੱਕ ਪ੍ਰਤਾਪ ਬਣਦਾ ਜ਼ਿੰਦਗੀ ਦੇ, ਜਿਹਨੂੰ ਅਸੀਂ ਆਭਾ ਮੰਡਲ ਕਹਿੰਦੇ। ਜ਼ਿੰਦਗੀ ਦੇ ਬੋਲਾਂ ਵਿੱਚ, ਉਹਦੀ ਦੇਖਣੀ ਵਿੱਚ, ਉਹਦੀ ਸ਼ਖਸੀਅਤ ਵਿੱਚ ਇੱਕ ਪ੍ਰਭਾਵ ਹੁੰਦਾ ਹੈ। ਉਸ ਪ੍ਰਭਾਵ ਦੇ ਨਾਲ ਮਾੜੀ ਆਦਤ ਉਹਦੇ ਨੇੜੇ ਨਹੀਂ ਆਉਂਦੀ। ਆ ਜਿਹੜੀਆਂ ਬੁਰੀਆਂ ਆਦਤਾਂ, ਚੋਰ ਹੈ ਨਾ, ਬੇਕਾਰ ਆਦਿਕ, ਇਹ ਫਿਰ ਇਹ ਪ੍ਰਤਾਪ ਉਹਦੇ ਤੇ ਹਮਲਾ ਨਹੀਂ ਹੋਣ ਦਿੰਦਾ। ਦਿਲ ਕਲ ਲਾਟ ਜਾਣੈ ਪ੍ਰਭ ਏਕ, ਉਸ ਹਰ ਥਾਂ ਤੇ ਪ੍ਰਭੂ ਨੂੰ ਇੱਕ ਜਾਣਨਾ। ਅੰਦਰ ਬਾਹਰ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਨਾਲ ਨੇ। ਉਸ ਪਿਆਰੇ ਦੀ ਗਲਵਕੜੀ ਨੂੰ ਹਰ ਵੇਲੇ ਮਹਿਸੂਸ ਕਰਨਾ, ਪਿਆਰੇ ਦੇ ਚਰਨ ਕਮਲਾਂ ਦੀ ਮੌਜ ਦੇ ਰਸ ਨੂੰ ਹਰ ਵੇਲੇ ਮਾਨਣਾ, ਹਰ ਥਾਂ ਤੇ ਉਸ ਨੂੰ ਸਮਝਣਾ। ਇਹ ਅਸਲੀ ਤਿਲਕ ਲੱਗਿਆ ਹੋਇਆ ਪਿਆਰਿਆ ਤੇਰੇ ਮੱਥੇ ਤੇ, ਲਲਾਟ। ਇਹ ਸਰੀਰ ਦੇ ਪਹਿਰਾਵੇ, ਸਰੀਰ ਦੇ ਕਰਮ ਕੋਈ ਮਾਇਨੇ ਨਹੀਂ ਰੱਖਦੇ ਜੇ ਸੁਭਾਉ ਨਿੰਦਕ ਹੈ, ਜੇ ਸੁਭਾਉ ਹੰਕਾਰ ਗੁਮਾਨ ਵਾਲਾ ਹੈ, ਜੇ ਸੁਭਾਉ ਨਫ਼ਰਤ ਵਾਲਾ ਹੈ, ਜੇ ਸੁਭਾਉ ਚੁਸਤ ਚਲਾਕੀਆਂ ਵਾਲਾ ਹੈ, ਜੇ ਸੁਭਾਉ ਦੇ ਵਿੱਚ ਸਵਾਰਥ ਛੁਪਿਆ ਹੋਇਆ, ਲੋਭ ਲਾਲਚ ਛੁਪਿਆ ਹੋਇਆ, ਕੋਈ ਮਾਇਨੇ ਨਹੀਂ ਰੱਖਦੇ। ਅੰਦਰਲੇ ਜੀਵਨ ਦਾ ਤਿਲਕ ਉਸ ਪ੍ਰਭੂ ਨੂੰ ਹਰ ਥਾਂ ਤੇ ਮਹਿਸੂਸ ਕਰਨਾ। ਬੁਝੈ ਬ੍ਰਹਮ ਅੰਤਰ ਬਵੇਕ, ਜਦੋਂ ਰੱਬ ਨੂੰ ਹਰ ਥਾਂ ਤੇ ਬੁੱਝਦੇ ਹਾਂ, ਉਹਦੇ ਨਿਜ਼ਮ ਨੂੰ, ਉਹਦੇ ਗੁਣਾਂ ਨੂੰ, ਉਹਦੇ ਰੱਬੀ ਉਪਦੇਸ਼ ਨੂੰ ਜ਼ਿੰਦਗੀ ਜਿਉਂਦੇ ਹਾਂ, ਅੰਦਰੋਂ ਵਿਵੇਕ ਜਾਗਦਾ ਹੈ, ਅੰਦਰੋਂ ਗਿਆਨ, ਅਨੁਭਵਤਾ ਵਾਲਾ ਗਿਆਨ। ਉਹ ਕਿਤੋਂ ਪੜ੍ਹਿਆ ਨਹੀਂ ਹੁੰਦਾ, ਉਹ ਕਿਤੋਂ ਸੁਣਿਆ ਨਹੀਂ ਹੁੰਦਾ। ਪੜ੍ਹ ਕੇ ਸੁਣਾਉਣ ਵਾਲਾ, ਸੁਣ ਕੇ ਸੁਣਾਉਣ ਵਾਲਾ ਮੁੱਖ ਦਾ ਗਿਆਨੀ ਹੋ ਸਕਦਾ ਹੈ, ਉਹਦੇ ਕੋਲ ਆਪਣਾ ਗਿਆਨ ਨਹੀਂ। ਆਚਾਰੀ ਨਹੀਂ ਜੀਤਿਆ ਜਾਏ, ਉਹ ਫਿਰ ਧਾਰਮਿਕ ਕਰਮਾਂ ਨੂੰ ਹੀ ਮੁੱਖ ਰੱਖਦਾ ਹੈ, ਧਰਮ ਦੇ ਕਰਮਾਂ ਦਾ ਹੀ ਪ੍ਰਚਾਰ ਕਰਦਾ ਹੈ। ਇਹਨਾਂ ਧਾਰਮਿਕ ਰਸਮਾਂ ਦੇ ਨਾਲ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਪਿਆਰਿਆ। ਪਾਠ ਪੜ੍ਹੈ ਨਹੀਂ ਕੀਮਤ ਪਾਏ, ਪੜ੍ਹਦੇ ਨੇ, ਉਹ ਧਾਰਮਿਕ ਗ੍ਰੰਥਾਂ ਦਾ ਪਾਠ ਤਾਂ ਕਰਦੇ ਨੇ, ਉਹਦੇ ਉਪਦੇਸ਼ਾਂ ਦੀ ਵੈਲਿਊ ਨਹੀਂ ਸਮਝਦੇ, ਜਿਉਂਦੇ ਉਲਟ ਨੇ। ਪੜ੍ਹਦੇ ਨੇ ਭਾਵੇਂ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਜ਼ਿੰਦਗੀ 'ਚ ਨਿੰਦਕ ਨੇ, ਨਿੰਦਾ ਕਰਦੇ ਨੇ। ਪੜ੍ਹਦੇ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਾਈ, ਜਿਉਂਦੇ ਉਲਟ ਨੇ, ਧੜੇਬੰਦੀਆਂ ਵਿੱਚ ਜਿਉਂਦੇ ਨੇ, ਨਫ਼ਰਤ ਵਿੱਚ ਜਿਉਂਦੇ ਨੇ। ਪੜ੍ਹਦੇ ਨੇ ਨਿਤ ਸੋਹਿਲਾ ਸਾਹਿਬ ਵਿੱਚ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪਰ ਕ੍ਰੋਧੀ ਬਣ ਕੇ ਜਿਉਂਦੇ ਨੇ। ਪੜ੍ਹਦੇ ਨੇ, ਵੈਲਿਊ ਨਹੀਂ ਸਮਝਦੇ, ਉਹ ਕੀਮਤ, ਉਪਦੇਸ਼ਾਂ ਦੀ ਕੀਮਤ ਨਹੀਂ ਸਮਝਦੇ। ਅਸ਼ਟਦਸੀ ਚਹੁ ਭੇਦ ਨਾ ਪਾਇਆ, ਅਸ਼ਟਦਸੀ 18 ਪੁਰਾਣ, ਇਸ਼ਾਰਾ ਹੈ ਧਾਰਮਿਕ ਗ੍ਰੰਥ, ਪੜ੍ਹੇ ਨੇ, ਉਸ ਵਿੱਚ ਜੋ ਸਿਖਾਇਆ ਗਿਆ ਉਹਦਾ ਭੇਦ ਹੀ ਨਹੀਂ ਪਾਇਆ, ਉਹ ਮੰਨਣ ਨੂੰ ਤਿਆਰ ਹੀ ਨਹੀਂ। ਨਾਨਕ ਸਤਿਗੁਰ ਬ੍ਰਹਮ ਦਿਖਾਇਆ ਹੈ, ਨਾਨਕ ਜੀ ਕਹਿੰਦੇ ਮੈਨੂੰ ਤਾਂ ਉਹ ਜੋ ਸਤਿਗੁਰ ਸਰੂਪ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਦਾ ਸਤਿਗੁਰੂ ਕੌਣ ਹੈ? ਰੱਬ ਜੋ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ, ਉਸ ਨੂੰ ਸਤਿਗੁਰ ਕਿਹਾ। ਉਹ ਸੱਚਾ ਗਿਆਨ ਗੁਰਬਾਣੀ ਦੇ ਰਚਨਹਾਰਿਆਂ ਦੇ ਅੰਦਰ ਗੂੰਜਿਆ ਹੈ, ਉਸ ਨੂੰ ਗੁਰਬਾਣੀ ਕਿਹਾ। ਉਹ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹ ਸਤਿਗੁਰ ਸਰੂਪ ਨੇ ਬ੍ਰਹਮ ਦਿਖਾਇਆ, ਔਰ ਹਰ ਇੱਕ ਨੂੰ ਉਹ ਸਤਿਗੁਰ ਸਰੂਪ ਨੇ ਸੋਚ ਸੁਭਾਅ ਬਦਲਣਾ ਹੈ।
ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਗੇ 21ਵਾਂ ਸ਼ਬਦ ਹੈ। ਸੇਵਕ ਦਾਸ ਭਗਤ ਜਨ ਸੋਈ, ਠਾकुर ਕਾ ਦਾਸ ਗੁਰਮੁਖ ਹੋਈ। ਸੇਵਕ ਕੌਣ ਹੈ? ਦਾਸ ਕੌਣ ਬਣਦਾ ਹੈ? ਗੁਰੂ ਦਾ, ਰੱਬ ਦਾ ਗੁਲਾਮ, ਰੱਬ ਦਾ ਚਾਕਰ, ਸੇਵਕ, ਦਾਸ, ਗੁਲਾਮ। ਕਿਹੜਾ ਜੀਵਨ ਹੈ ਜਿਸ ਨੂੰ ਭਗਤ ਕਹੀਏ? ਉਹ ਆਪਣੇ ਮਾਲਕ ਦਾ ਗੁਲਾਮ ਹੁੰਦਾ ਹੈ, ਠਾकुर ਕਾ ਦਾਸ ਹੁੰਦਾ। ਕਿਵੇਂ? ਗੁਰਮੁਖ ਹੋਈ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਸਮਝ ਕੇ ਜ਼ਿੰਦਗੀ ਵਿੱਚ ਜਿਉਂ ਕੇ ਉਹ ਆਪਣੇ ਮਾਲਕ ਪ੍ਰਭੂ ਦਾ ਗੁਲਾਮ ਬਣ ਜਾਂਦਾ। ਜਦੋਂ ਗੁਰੂ ਦਾ ਗੁਲਾਮ ਬਣ ਜਾਂਦਾ ਹੈ ਤੇ ਫਿਰ ਮੇਰੇ ਗੁਰੂ ਪਿਤਾ ਨੇ ਦੂਸਰਿਆਂ ਲਈ ਜਿਉਂ ਕੇ ਦਿਖਾਇਆ, ਉਹ ਫਿਰ ਦੂਸਰਿਆਂ ਲਈ ਜਿਉਣਾ ਜ਼ਿੰਦਗੀ ਦਾ ਇੱਕ ਮਕਸਦ ਬਣਾ ਲੈਂਦਾ। ਉਹ ਆਪਣੇ ਗੁਰੂ ਦੇ ਮਿਸ਼ਨ ਲਈ ਆਪਾ ਵਾਰਦਾ ਹੈ। ਉਹਦੇ ਅੰਦਰ ਇੱਕ ਜਜ਼ਬਾ ਹੁੰਦਾ ਹੈ, ਜਨੂਨ ਹੁੰਦਾ ਹੈ। ਲੱਖ ਰੁਕਾਵਟਾਂ ਆਉਣ, ਲੱਖ ਵਿਘਨ ਆਉਣ, ਉਹ ਤੁਰਿਆ ਰਹਿੰਦਾ ਹੈ। ਉਹਨੂੰ ਕੋਈ ਸਵਾਰਥ ਨਹੀਂ, ਕੋਈ ਲੋਭ ਲਾਲਚ ਨਹੀਂ। ਉਹ ਚੁਸਤ ਚਲਾਕੀਆਂ ਨਾਲ ਆਪਣਾ ਕਰਮ ਨਹੀਂ ਕਰੇਗਾ। ਰੱਬ ਤੇ ਛੱਡ ਕੇ, ਗੁਰੂ ਤੇ ਛੱਡ ਕੇ ਤੁਰਿਆ ਰਹੇਗਾ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਸਮਰਪਿਤ ਹੋ ਕੇ ਆਪਣੇ ਮਾਲਕ ਦਾ ਗੁਲਾਮ ਬਣ ਕੇ ਆਪਾ ਵਾਰਦਾ ਹੈ। ਜੈਨ ਸਿਰ ਸਾਜੀ ਤਿੰਨ ਫੁਨ ਗੋਈ। ਉਹਨੂੰ ਸਮਝ ਹੈ ਮੇਰੇ ਮਾਲਕ ਨੇ ਹੀ ਇਹ ਸਭ ਕੁਝ ਪੈਦਾ ਕੀਤਾ ਹੈ ਤੇ ਉਹੀ ਇਸ ਨੂੰ ਨਾਸ਼ ਕਰਦਾ ਹੈ ਤੇ ਹਰ ਥਾਂ ਤੇ ਉਹਦਾ ਨਿਜ਼ਮ ਚੱਲ ਰਿਹਾ ਹੈ। ਤਿਸ ਬਿਨ ਦੂਜਾ ਅਵਰ ਨਾ ਕੋਈ। ਮੇਰੇ ਮਾਲਕ ਪ੍ਰਭੂ ਤੋਂ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ। ਸਭ ਉਸੇ ਦੀਆਂ ਸ਼ਕਤੀਆਂ ਚੱਲ ਰਹੀਆਂ। ਸਾਚ ਨਾਮ ਗੁਰ ਸ਼ਬਦ ਵਿਚਾਰ। ਉਹ ਫਿਰ ਰੱਬੀ ਉਪਦੇਸ਼, ਸੱਚ ਦਾ ਸੱਚਾ ਨਾਮ ਹੈ ਜੋ ਸਦੀਵੀ ਰਹਿਣ ਵਾਲਾ ਨਾਮ ਹੈ, ਉਪਦੇਸ਼। ਉਸ ਨੂੰ ਸਮਝਣ ਵਾਸਤੇ ਜੋ ਗੁਰਬਾਣੀ ਦੇ ਅੰਦਰ ਗੁਰ ਸਰੂਪ ਹੈ, ਜੋ ਸਿੱਖਿਆਵਾਂ ਨੇ, ਉਪਦੇਸ਼ ਹੈ, ਸ਼ਬਦ ਹੈ, ਉਹਦੀ ਵਿਚਾਰ ਕਰਦਾ, ਭਾਵ ਉਸ ਨੂੰ ਮੰਨਦਾ ਹੈ, ਜ਼ਿੰਦਗੀ 'ਚ ਪ੍ਰੈਕਟੀਕਲ ਜਿਉਂਦਾ ਹੈ। ਜਿਉਣਾ ਤੇ ਪ੍ਰੈਕਟੀਕਲ, ਉਸ ਨੂੰ ਮੰਨਣਾ ਤੇ ਪ੍ਰੈਕਟੀਕਲ ਜਿਉਣਾ ਹੀ ਵਿਚਾਰ ਕਰਨੀ ਹੁੰਦੀ ਹੈ। ਗੁਰਮੁਖ ਸਾਚੇ ਸਾਚਾ ਦਰਬਾਰ। ਉਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੱਚ ਮੰਨ ਕੇ, ਸੱਚ ਦਾ ਰਸ ਮੰਨ ਕੇ ਜ਼ਿੰਦਗੀ ਜਿਉਂਦੇ ਨੇ ਤੇ ਰੱਬ ਦੀਆਂ ਨਜ਼ਰਾਂ ਵਿੱਚ, ਰੱਬ ਦੇ ਦਰਬਾਰ ਵਿੱਚ ਉਹਨਾਂ ਨੂੰ ਸਨਮਾਨ ਸਤਿਕਾਰ ਮਿਲਦਾ ਹੈ। ਰਹਾਓ, ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਸੱਚਾ ਅਰਜ, ਸੱਚੀ ਅਰਦਾਸ। ਉਹਨਾਂ ਦੇ ਅੰਦਰ ਇਹ ਰੱਬੀ ਉਪਦੇਸ਼ ਦੀ ਭੁੱਖ ਹੈ, ਤੜਫ ਹੈ। ਮੈਂ ਜਿਉਣਾ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਅਨੁਸਾਰ। ਮੈਂ ਜਿਉਣਾ ਗੁਰੂ ਪਾਤਸ਼ਾਹ ਦੇ ਮਿਸ਼ਨ ਤੇ ਤੁਰ ਕੇ, ਗੁਰੂ ਪਾਤਸ਼ਾਹ ਦੇ ਦੱਸੇ ਮਿਸ਼ਨ ਤੇ ਤੁਰ ਕੇ ਆਪਾ ਵਾਰਨਾ ਹੈ। ਅੰਦਰ ਜਿਹੜੀ ਤੜਫ ਹੈ, ਅੰਦਰ ਜਿਹੜੀ ਭੁੱਖ ਹੈ, ਅੰਦਰ ਭੁੱਬ ਹੈ, ਇੱਕ ਹੂਕ ਹੈ, ਉਹੀ ਸੱਚੀ ਅਰਦਾਸ ਹੈ। ਬੋਲਣ ਦੀ ਲੋੜ ਨਹੀਂ। ਮਹਿਲੀ ਖਸਮ ਸੁਣੇ ਅਰਦਾਸ। ਉਹ ਤੇ ਫਿਰ ਆਪਣੇ ਆਪ ਸੁਣੀ ਜਾਂਦੀ ਹੈ। ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਸਾਗਿਆ ਕੀਚੈ ਅਰਦਾਸ। ਸਾਨੂੰ ਜਿਹੜੀਆਂ ਅਰਦਾਸਾਂ ਸਿਖਾਈਆਂ ਗਈਆਂ, ਇਹ ਤੇ ਭੇਟਾਵਾਂ ਦੇ ਲਾਲਚ ਵਿੱਚ, ਆਪਣੇ ਸਵਾਰਥ ਵਿੱਚ ਤੁਹਾਨੂੰ ਕਰਮਕਾਂਡਾਂ ਵਿੱਚ ਉਲਝਾ ਦਿੱਤਾ ਗਿਆ। ਅਸੀਂ ਉਲਝ ਗਏ ਕਿ ਸਾਡੇ ਅੰਦਰ ਵੀ ਸਵਾਰਥ ਹੈ। ਸਮਝਾਉਣ ਵਾਲਾ ਸਵਾਰਥੀ ਹੈ, ਸਮਝਣ ਵਾਲਾ ਸਵਾਰਥੀ ਹੈ, ਫਿਰ ਧਰਮ ਕਿੱਥੇ ਆਏਗਾ? ਘਰਾਂ ਦੇ ਘਰ ਖਾਲੀ ਹੋ ਰਹੇ ਨੇ। ਜਿੰਨਾ ਚਿਰ ਗੁਰਬਾਣੀ ਦੇ ਅਰਥ ਜ਼ਿੰਦਗੀ 'ਚ ਨਹੀਂ ਲਿਆਵਾਂਗੇ, ਘਰ ਘਰ ਵਿੱਚ ਗੁਰਬਾਣੀ ਦਾ ਬੋਲਬਾਲਾ ਨਹੀਂ ਹੋਏਗਾ, ਉਨਾ ਚਿਰ ਬਾਤ ਨਹੀਂ ਬਣੇਗੀ। ਗੁਰੂ ਪਾਤਸ਼ਾਹ ਨੇ ਕਿਰਪਾ ਕਰਨੀ ਹੈ। ਯਾਦ ਰੱਖਿਓ, ਮੈਂ ਤਾਂ ਭਾਵੇਂ ਰਹਿਣਾ ਭਾਵੇਂ ਨਹੀਂ ਰਹਿਣਾ, ਜ਼ਿੰਦਗੀ ਕਿੰਨਾ ਕੁ ਚਿਰ ਹੁੰਦੀ ਹੈ, ਬਹੁਤੀ ਲੰਘ ਹੀ ਰਹਿ ਗਈ ਥੋੜ੍ਹੀ। ਦੇਖਿਓ ਤੁਸੀਂ, ਇਹ ਅਰਥਾਂ ਸਮੇਤ ਸਹਿਜ ਪਾਠ ਘਰ ਘਰ ਵਿੱਚ ਗੂੰਜੇਗਾ ਕਦੀ। ਮੈਂ ਤੇ ਉਸ ਵੇਲੇ ਨਹੀਂ ਹੋਵਾਂਗਾ, ਪਰ ਇਸ ਵੀਡੀਓ ਰਾਹੀਂ ਤੁਹਾਡੇ ਘਰ ਵਿੱਚ, ਤੁਹਾਡੇ ਸਨਮੁਖ ਜ਼ਰੂਰ ਹਾਜ਼ਰ ਹੋਇਆ ਕਰਾਂਗਾ। ਲੰਬਾ ਸਮਾਂ ਇਸ ਨੇ ਇੱਕ ਲਹਿਰ ਬਣਾਉਣੀ ਹੈ। ਘਰ ਘਰ ਅੰਦਰ ਧਰਮਸ਼ਾਲ ਦਾ ਇੱਕ ਬੀਜ ਬੀਜਿਆ ਗਿਆ ਹੈ। ਦੇਖਿਓ ਤੁਸੀਂ, ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਇੱਕ ਖੇਡ ਵਾਪਰਨੀ ਹੈ। ਮੇਰੇ ਗੁਰੂ ਪਾਤਸ਼ਾਹ ਨੇ ਇਹ ਖੁਸ਼ ਹੋ ਕੇ ਜ਼ਿੰਮੇਵਾਰੀ, ਸੇਵਾ ਦਾਸ ਨੂੰ ਬਖਸ਼ੀ। ਕੇਵਲ ਬਖਸ਼ੀ ਨਹੀਂ, ਨਿਭਾ ਵੀ ਉਹੀ ਰਹੇ ਨੇ। ਸ਼ੁਕਰ ਵਾਹਿਗੁਰੂ ਦਾ। ਤੁਹਾਡੇ ਕਮੈਂਟਸ ਹੁਲਾਰਾ ਦੇ ਰਹੇ ਨੇ, ਤੁਹਾਡਾ ਸਹਿਯੋਗ ਮੈਨੂੰ ਹੁਲਾਰਾ ਦੇ ਰਿਹਾ ਹੈ। ਜਦੋਂ ਸਮਝ ਪਈ, ਅੰਦਰਲੀ ਭੁੱਖ, ਅੰਦਰਲੀ ਤੜਫ ਆਪਣੇ ਆਪ ਸੁਣੀ ਜਾਂਦੀ ਹੈ ਰੱਬ ਦੇ ਦਰਬਾਰ ਵਿੱਚ। ਸੱਚਾ ਤਖਤ ਬੁਲਾਵੈ ਸੋਏ। ਫਿਰ ਤਾਂ ਰੱਬ ਬੁਲਾਉਂਦਾ ਹੈ, ਮੇਰੇ ਗੁਰੂ ਬੁਲਾਉਂਦੇ ਨੇ, ਆ ਓਏ ਪੁੱਤਰਾ, ਸ਼ਾਬਾਸ਼ ਤੇਰੇ। ਤੇਰੇ ਵਰਗੀ ਤੜਫ ਚਾਹੀਦੀ ਹੈ, ਤੇਰੇ ਵਰਗਾ ਜਜ਼ਬਾ ਚਾਹੀਦਾ।
ਦੇ ਵਡਿਆਈ ਕਰੇ ਸੋ ਹੋਏ। ਫਿਰ ਮੇਰੇ ਗੁਰੂ ਪਿਤਾ ਜੀ, ਵਾਹਿਗੁਰੂ ਜੀ ਕੇਵਲ ਬੁਲਾਉਂਦੇ ਨਹੀਂ, ਬਖਸ਼ਿਸ਼ ਵੀ ਦਿੰਦੇ ਨੇ ਪਿਆਰਿਓ। ਉਹ ਅੰਦਰੋਂ ਬਖਸ਼ਿਸ਼ ਨਾਲ ਭਰ ਦਿੰਦੇ ਨੇ। ਜਿਹੜੇ ਅੰਦਰੋਂ ਬਖਸ਼ਿਸ਼ ਨਾਲ ਭਰ ਜਾਂਦੇ ਨੇ, ਉਹਦੀ ਬਖਸ਼ਿਸ਼ ਦਾ ਰਸ ਮਾਣਦੇ ਨੇ, ਹੋਰਨਾਂ ਨੂੰ ਵੰਡਦੇ ਨੇ। ਉਹ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨਿਆਂ ਕੁ ਨੂੰ ਵੰਡ ਜਾਂਦੇ। ਤੇਰਾ ਤਾਣ ਤੂੰ ਹੈ ਦੀਵਾਨ, ਉਹਨਾਂ ਨੂੰ ਸਮਝ ਲੱਗਦੀ ਹੈ ਵਾਹਿਗੁਰੂ ਜੀ ਸਭ ਤੇਰੀ ਹੀ ਸ਼ਕਤੀ ਵਾਪਰ ਰਹੀ ਹੈ ਤੇ ਤੇਰਾ ਹੀ ਆਸਰਾ ਹੈ ਦੀਵਾਨ, ਤੇਰੀ ਹੀ ਓਟ ਹੈ। ਗੁਰ ਕਾ ਸ਼ਬਦ ਸੱਚ ਨਿਸ਼ਾਨ, ਜੋ ਗੁਰ ਸਰੂਪ ਹੈ, ਰੱਬੀ ਉਪਦੇਸ਼ ਸੱਚਾ ਗਿਆਨ, ਉਹਦੇ ਵਿੱਚੋਂ ਮਿਲੀ ਹੋਈ ਸਿੱਖਿਆ ਜੋ ਸ਼ਬਦ ਹੈ, ਜਿਸ ਨੇ ਉਸ ਨੂੰ ਜ਼ਿੰਦਗੀ 'ਚ ਮੰਨ ਲਿਆ, ਪ੍ਰੈਕਟੀਕਲ ਮੰਨ ਲਿਆ ਕਿ ਐਸਾ ਨਿਸ਼ਾਨ ਆਇਡੈਂਟੀਟੀ ਕਾਰਡ ਹੈ। ਆਪਾਂ ਦੇਖਦੇ ਨਾ ਕਿਤੇ ਬੈਰੀਅਰ ਲੱਗਿਆ ਹੋਵੇ, ਆਇਡੈਂਟੀ ਕਾਰਡ ਦਿਖਾਇਆ, ਨਿਕਲ ਗਿਆ, ਕਹਿੰਦੇ ਜਾਓ ਜੀ ਤੁਹਾਡੇ ਕੋਲ ਆਇਡੈਂਟੀ ਕਾਰਡ ਹੈ। ਲੱਖ ਵਿਘਨ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ, ਰੱਬੀ ਉਪਦੇਸ਼ ਅੰਦਰੋਂ ਮਜ਼ਬੂਤ ਕਰਦੇ ਨੇ, ਅੰਦਰੋਂ ਹੌਸਲਾ ਦਿੰਦੇ ਨੇ। ਉਹ ਰੁਕਾਵਟਾਂ ਕਦੀ ਕਦਾਈ ਸਪੀਡ ਤਾਂ ਸਲੋ ਕਰ ਦਿੰਦੀਆਂ ਨੇ, ਕਦੀ ਕਦੀ ਰਸਤੇ ਦਿਸ਼ਾਵਾਂ ਬਦਲ ਦਿੰਦੀਆਂ ਨੇ, ਪਰ ਮੰਜ਼ਿਲ ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀਆਂ, ਕਿਉਂਕਿ ਉਹਨਾਂ ਕੋਲੇ ਸੱਚ ਦਾ ਨਿਸ਼ਾਨ ਹੈ, ਬਖਸ਼ਿਸ਼ ਹੈ ਉਹਨਾਂ ਦੇ। ਮੰਨੇ ਹੁਕਮ ਸੋ ਪ੍ਰਗਟ ਜਾਏ, ਜਿਹੜੇ ਮੰਨਦੇ ਨੇ ਰੱਬੀ ਉਪਦੇਸ਼ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਨਿਜ਼ਮ ਨੂੰ, ਉਹ ਇੱਕ ਦਿਨ ਦੁਨੀਆ ਤੇ ਪ੍ਰਗਟ ਹੋ ਜਾਂਦੇ ਨੇ। ਸਭ ਨੂੰ ਪਤਾ ਲੱਗ ਜਾਂਦਾ ਹੈ ਉਹ ਕੀ ਸੀ, ਕੀ ਕਰ ਗਿਆ। ਉਹ ਕੁਛ ਦੁਨੀਆ ਲਈ ਕਰ ਗਿਆ, ਉਹ ਕੌਮ ਦੇ ਲਈ ਕਰ ਗਿਆ। ਇਹ ਗੱਲ ਵੱਖਰੀ ਹੈ, ਦੁਨੀਆ ਤੇ ਪਾਰਖੂ ਘੱਟ ਨੇ, ਉਹਨਾਂ ਨੂੰ ਟੈਲੈਂਟ ਦੀ ਪਰਖ ਨਹੀਂ ਹੈ, ਕਦਰ ਨਹੀਂ ਹੈ। ਸਾਡੀ ਕੌਮ ਦੇ ਅੰਦਰ ਤੇ ਸੱਚ ਜਾਣੋ ਬਹੁਤ ਵੱਡੀ ਕਮਜ਼ੋਰੀ ਹੈ। ਮਰਨ ਤੋਂ ਬਾਅਦ ਪੰਥ ਰਤਨ ਅਵਾਰਡ ਦਿੰਦੇ ਫਿਰਦੇ ਨੇ। ਇੱਕ ਦਿਨ ਸਭ ਨੂੰ ਪਤਾ ਲੱਗ ਜਾਂਦਾ ਹੈ ਉਹ ਕੌਮ ਲਈ ਕੁਛ ਕਰ ਗਿਆ, ਕਿਉਂਕਿ ਉਹਨੇ ਆਪਾ ਵਾਰ ਕੇ ਜਿਉਇਆ ਹੁੰਦਾ ਹੈ। ਸੱਚ ਨਿਸ਼ਾਨ ਹੈ ਠਾਕ ਨਾ ਪਾਏ, ਜਿਹਦੇ ਕੋਲੇ ਬਖਸ਼ਿਸ਼ ਦੀ ਨਿਸ਼ਾਨੀ ਹੈ, ਜਿਹਦੇ ਕੋਲੇ ਬਖਸ਼ਿਸ਼ ਹੈ ਜ਼ਿੰਦਗੀ 'ਚ, ਉਹਨੂੰ ਕੋਈ ਰੋਕ ਨਹੀਂ ਸਕਦਾ। ਰੋਕਣ ਵਾਲੇ ਖੁਦ ਆਪਣੇ ਆਪ ਨੂੰ ਕਲੰਕਿਤ ਕਰ ਲੈਂਦੇ ਨੇ, ਕਲੰਕ ਲਵਾ ਲੈਂਦੇ ਨੇ। ਇੱਕ ਹਿਸਟਰੀ ਬਣ ਜਾਂਦੀ ਹੈ, ਰੋਕਣ ਵਾਲਿਆਂ ਨੇ ਇੱਕ ਪਾਪ ਕੀਤਾ, ਜਿਹਨੂੰ ਰੋਕਿਆ ਉਹ ਅੱਗੇ ਵੱਧਦਾ ਗਿਆ। ਵਾਹਿਗੁਰੂ ਪੰਡਿਤ ਪੜ੍ਹਾ ਬਖਾਣਾ ਹੈ ਵੇਦ, ਜਿਹੜੇ ਲੋਕ ਐਵੇਂ ਪੜ੍ਹਦੇ ਨੇ, ਵਿਖਿਆਨ ਕਰਦੇ ਨੇ, ਜ਼ਿੰਦਗੀ ਜਿਉਂਦੇ ਨਹੀਂ। ਬਾਹਰੋਂ ਤਾਂ ਭਾਵੇਂ ਗਿਆਨਵਾਨ ਦਿਖਾਈ ਦਿੰਦੇ ਨੇ, ਅੰਤਰ ਵਸਤ ਨਾ ਜਾਣਾ ਭੇਦ, ਆਪਣੇ ਅੰਦਰ ਰੱਬ ਦੀ ਹੋਂਦ ਨੂੰ, ਰੱਬ ਦੇ ਭੈ ਨੂੰ, ਰੱਬੀ ਪਿਆਰ ਨੂੰ, ਜਜ਼ਬੇ ਨੂੰ, ਜਨੂਨ ਨੂੰ, ਰੱਬ ਦੇ ਗੁਣਾਂ ਨੂੰ ਉਹ ਪਹਿਚਾਣਦੇ ਨਹੀਂ, ਉਹਨਾਂ ਨੂੰ ਸਮਝ ਨਹੀਂ, ਉਹਦੀ ਕੀਮਤ ਨਹੀਂ ਪਤਾ। ਅਸਲੀ ਤੱਤ ਤਾਂ ਜਾਣੇ ਹੀ ਨਹੀਂ, ਉਹਦਾ ਤਾਂ ਭੇਦ ਹੀ ਨਹੀਂ ਆਇਆ। ਕਿਉਂਕਿ ਗੁਰ ਬਿਨ ਸੋਝੀ ਬੂਝ ਨਾ ਹੋਏ, ਗੁਰ ਸਰੂਪ ਨੂੰ, ਰੱਬੀ ਉਪਦੇਸ਼ ਨੂੰ ਨਹੀਂ ਸਮਝਾਂਗੇ। ਪੜ੍ਹੀ ਗਏ ਸੁਣੀ ਗਏ, ਉਪਦੇਸ਼ ਨੂੰ ਸਮਝਣਾ ਹੈ, ਉਸ ਉਪਦੇਸ਼ ਅਨੁਸਾਰ ਆਪਣੇ ਸੋਚ ਸੁਭਾਅ ਨੂੰ ਕੰਪੇਅਰ ਕਰਨਾ ਹੈ। ਗੁਰੂ ਸਾਹਿਬ ਕਹਿ ਕੀ ਰਹੇ ਨੇ, ਮੈਂ ਕਿਵੇਂ ਜਿਉ ਰਿਹਾ। ਸਾਨੂੰ ਧਰਮ ਦੇ ਕਰਮ ਦੱਸੇ ਗਏ, ਧਰਮ ਦੇ ਕਰਮਾਂ ਦੀ ਵਿਆਖਿਆ ਕੀਤੀ ਗਈ। ਪਿਆਰਿਓ ਸੋਚ ਸੁਭਾਅ ਦੀ ਗੱਲ ਗੁਰਬਾਣੀ ਅੰਦਰ ਹੈ। ਉਸ ਗੁਰ ਸਰੂਪ ਤੋਂ ਬਿਨਾਂ, ਉਸ ਉਪਦੇਸ਼ ਤੋਂ ਬਿਨਾਂ ਇਸ ਸੋਚ ਸੁਭਾਅ ਨੂੰ ਕਿਵੇਂ ਸੰਵਾਰਨਾ ਹੈ, ਗੁਰ ਦਿੱਤਾ ਗਿਆ ਹੈ, ਉਹ ਗੁਰ ਸਰੂਪ ਹੈ। ਉਹਦੀ ਸੋਝੀ ਤੋਂ ਬਿਨਾਂ ਬੁੱਝੇ ਹੀ ਨਹੀਂ ਅਸਲੀ ਮਾਰਗ ਨੂੰ। ਸਾਚਾ ਰੱਬ ਰਹਿਆ ਪ੍ਰਭ ਸੋਏ, ਉਹ ਪ੍ਰਭੂ ਤਾਂ ਸ਼ਕਤੀਆਂ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ, ਬਖਸ਼ਾਂ ਬਣ ਕੇ ਹਰ ਥਾਂ ਤੇ ਰਮਿਆ ਹੋਇਆ। ਕੋਈ ਐਸੀ ਜਗ੍ਹਾ ਹੀ ਨਹੀਂ ਹੈ ਜਿੱਥੇ ਉਹ ਨਹੀਂ ਹੈ। ਕਿਆ ਹੋ ਆਖਾਂ ਆਖ ਵਖਾਣੀ, ਕੀ ਆਖਾਂ ਤੇ ਕੀ ਕਹਿ ਕੇ ਵਖਿਆਣ ਕਰਾਂ। ਤੂੰ ਆਪੇ ਜਾਣ ਹੈ ਸਰਬ ਵਿਡਾਣੀ। ਇਹ ਵਾਹਿਗੁਰੂ ਜੀ ਤੂੰ ਆਪ ਹੀ ਸਾਰੇ ਕੌਤਕ ਕਰ ਰਿਹਾ, ਅਚਰਜ ਤਮਾਸ਼ੇ ਕਰ ਰਿਹਾ, ਤੇ ਤੂੰ ਆਪ ਹੀ ਜਾਣਦਾ ਸਭ ਕੁਛ। ਕੀ ਕਹਾਂ ਤੇ ਕੀ ਵਖਿਆਣ ਕਰਾਂ। ਨਾਨਕ ਏਕੋ ਦਰ ਦੀ ਬਾਣ, ਤੇਰਾ ਕੀ ਆਸਰਾ ਹੈ। ਆ ਸਾਰਾ ਯੂਨੀਵਰਸ ਤੇਰਾ ਘਰ ਹੈ, ਤੇਰੀ ਐਗਜ਼ਿਸਟੈਂਸ, ਤੇਰੀ ਹੋਂਦ ਹਰ ਥਾਂ ਤੇ ਹੈ। ਤੂੰ ਇੱਕ ਓਅੰਕਾਰ ਹੈ, ਤੇਰਾ ਹੀ ਆਸਰਾ ਹੈ, ਇਹੀ ਤੇਰਾ ਦਰ ਹੈ। ਗੁਰਮੁਖ ਸਾਚ ਤਹਾਂ ਕੁਰਬਾਨ, ਵਾਹਿਗੁਰੂ ਗੁਰਮੁਖ ਸਾਚ ਤਹਾਂ ਗੁਦਰਾਨ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਸੱਚ ਹੈ, ਸੱਚਾ ਗਿਆਨ ਹੈ।
ਮਨ ਨੂੰ ਉਸ ਨਾਲ ਪਿਆਰ ਬਣ ਜਾਵੇ, ਭੈ ਭਾਵ ਨਹੀਂ ਬਣ ਜਾਵੇ, ਮਨ ਮੰਨਣ ਲਈ ਤਿਆਰ ਹੋ ਜਾਵੇ। ਇਹੀ ਗੁਜ਼ਰਾਨ ਹੈ, ਇਹੀ ਸਭ ਤੋਂ ਮੁੱਢਲੀ ਲੋੜ ਹੈ। ਗੁਜ਼ਰਾਨ ਹੁੰਦਾ ਬੇਸਿਕ ਲੋੜਾਂ, ਮੁੱਢਲੀਆਂ ਲੋੜਾਂ। ਗੁਜ਼ਰਾਨ ਤਾਂ ਸਰੀਰ ਦੀਆਂ ਲੋੜਾਂ ਨੇ, ਅੰਦਰਲੇ ਸੋਚ ਸੁਭਾਅ ਜੀਵਨ ਦੀ ਲੋੜ ਤਾਂ ਗੁਰੂ ਦੇ ਉਪਦੇਸ਼ ਦੇ ਨਾਲ ਪਿਆਰ, ਮੰਨਣ ਦੀ ਭਾਵਨਾ। ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ 22ਵਾਂ ਸ਼ਬਦ ਹੈ। ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨ ਸਹਿ ਦੁਖ ਪਾਈ। ਆ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਸੋਚ ਸੁਭਾਅ ਦੀ ਕੱਚੀ ਜੀ ਗਾਗਰ ਹੈ। ਉਹ ਜਿਸ ਤਰ੍ਹਾਂ ਦਾ ਮਨੁੱਖ ਸੰਗ ਕਰਦਾ ਹੈ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਜਿਸ ਤਰ੍ਹਾਂ ਦਾ ਇਹ ਪ੍ਰਭਾਵ ਇਹਦੇ ਸਰਾਊਂਡਿੰਗ ਮਾਹੌਲ ਹੁੰਦਾ ਹੈ, ਜਿਸ ਤਰ੍ਹਾਂ ਦੇ ਕਲਚਰ ਵਿੱਚ ਗਰੋ ਅਪ ਹੋ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਦੇ ਬਾਹਰਲੇ ਵਰਤਾਰਿਆਂ ਨੂੰ ਉਹਦਾ ਪ੍ਰਭਾਵ ਮਨ ਕਬੂਲਦਾ ਹੈ, ਉਸ ਤਰ੍ਹਾਂ ਦੀ ਇਹਦੇ ਅੰਦਰ ਸੋਚ ਸੁਭਾਅ ਦੀ ਗਾਗਰ ਪੈਦਾ ਹੋ ਜਾਂਦੀ ਹੈ, ਉਪਜੈ, ਫਿਰ ਬਿਨਸ ਜਾਂਦੀ ਹੈ, ਫਿਰ ਪੈਦਾ ਹੁੰਦੀ ਹੈ। ਕਦੀ ਸਹਿਨਸ਼ੀਲਤਾ ਪੈਦਾ ਹੁੰਦੀ ਹੈ, ਕਦੀ ਕ੍ਰੋਧ ਪੈਦਾ ਹੋ ਜਾਂਦਾ, ਕਦੀ ਹੰਕਾਰ, ਗੁਮਾਨ, ਵਿਖਾਵਾ, ਕਦੀ ਨਿਮਰਤਾ। ਅੰਦਰ ਜਨਮ ਮਰਨ ਚੱਲ ਰਿਹਾ, ਕਦੀ ਬੇਪਰਵਾਹ ਹੈ, ਕਦੀ ਮੁਥਾਜੀਆਂ ਕਰਦਾ, ਗੁਲਾਮੀਆਂ ਕਰਦਾ, ਸਵਾਰਥ ਵਿੱਚ ਉਲਝਦਾ ਹੈ, ਕਦੀ ਧੜੇਬੰਦੀਆਂ 'ਚ ਫਸਦਾ, ਕਦੀ ਕਹਿੰਦਾ ਮੈਂ ਪਿਆਰ ਕਰਦਾ। ਉਪਜੈ ਮਿਨਸਾ ਚੱਲ ਰਿਹਾ ਅੰਦਰ, ਤੇ ਦੁੱਖ ਪਾ ਰਿਹਾ ਇਹਦੇ ਵਿੱਚ। ਇਹ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨਾ ਪਾਈ। ਜਿਹੜਾ ਸੰਸਾਰ ਹੈ ਨਾ, ਇਹਦੇ ਅੰਦਰ ਜਿਹੜੀਆਂ ਵਿਚਾਰਾਂ ਤੇ ਸੋਚਾਂ ਦੀਆਂ ਲਹਿਰਾਂ ਨੇ। ਸੰਸਾਰ ਕੀ ਹੈ? ਜਿਹੋ ਜਿਹੀ ਮਨੁੱਖ ਨੇ ਆਪਣੇ ਅੰਦਰ ਇੱਕ ਸੋਚ ਸੁਭਾਅ ਦਾ ਇੱਕ ਮਾਨਸਿਕ ਮੰਡਲ ਸਿਰਜ ਲਿਆ, ਉਹੀ ਜੀ ਉਹਦੀ ਦੁਨੀਆ। ਸ਼ਰਾਬੀ ਨੇ ਆਪਣੇ ਅੰਦਰ ਇੱਕ ਵੱਖਰੀ ਸ੍ਰਿਸ਼ਟੀ ਸਾਜੀ ਹੋਈ ਹੈ, ਉਹਨੂੰ ਦੁਨੀਆ ਉਸ ਤਰ੍ਹਾਂ ਦੀ ਲੱਗ ਰਹੀ ਹੈ, ਜੈਸੀ ਦ੍ਰਿਸ਼ਟੀ ਐਸੀ ਸ੍ਰਿਸ਼ਟੀ। ਉਹ ਜਿਹੜਾ ਅੰਦਰ ਇਹਨੇ ਸੰਸਾਰ ਸਿਰਜਿਆ ਹੋਇਆ ਨਾ, ਅੰਦਰ ਵਿਚਾਰਾਂ ਸੋਚਾਂ ਦਾ, ਇਹ ਬੜਾ ਔਖਾ ਹੈ, ਤਰਨਾ ਮੈਨੇਜ ਕਰਨਾ ਬੜਾ ਔਖਾ ਹੈ। ਇਹਦੇ ਵਿੱਚ ਨਿੰਦਾ ਚੁਗਲੀ ਦੇ ਰਸ, ਲੋਕ ਲਾਜ, ਲੋਕਾਂ ਨੂੰ ਖੁਸ਼ ਰੱਖਣ ਦੇ ਰਸ, ਹੰਕਾਰ, ਗੁਮਾਨ, ਵਿਖਾਵਾ, ਸਵਾਰਥ, ਲੋਭ ਲਾਲਚ ਦੇ ਰਸ ਕਿਵੇਂ ਤਰਿਆ ਜਾਵੇ? ਬਿਨ ਹਰਗੁਰ ਪਾਰ ਨਾ ਪਾਈ। ਇੱਕ ਤੇ ਗੁਰ ਸਰੂਪ ਤੋਂ ਬਿਨਾਂ, ਰੱਬੀ ਉਪਦੇਸ਼ ਤੋਂ ਬਿਨਾਂ, ਇੱਕ ਰੱਬ ਦੀ ਭੈ ਭਾਵਨੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਤੋਂ ਬਿਨਾਂ ਮੈਨੇਜ ਨਹੀਂ ਹੋਏਗਾ, ਪਾਰ ਨਹੀਂ ਲੰਘੇਗਾ, ਡੁੱਬ ਜਾਏਗਾ, ਜ਼ਿੰਦਗੀ 'ਚ ਬਹੁਤੇ ਪੱਖਾਂ ਤੇ ਫੇਲ ਹੋ ਜਾਏਗਾ। ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਏ ਹਰੇ। ਇਹ ਹਰੇ, ਇਹ ਵਾਹਿਗੁਰੂ ਜੀ, ਇਹ ਪ੍ਰਭੂ ਜੀ, ਤੇਰੇ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ, ਤੁਸੀਂ ਹੀ ਮੇਰੇ ਪਿਆਰੇ ਹੋ। ਮੇਰੇ ਪਿਆਰੇ ਤੋਂ ਬਿਨਾਂ ਔਰ ਕੋਈ ਵੀ ਆਸਰਾ ਦੇਣ ਵਾਲਾ ਨਹੀਂ। ਸਰਬੀ ਰੰਗੀ ਰੂਪੀ ਤੂੰ ਹੈ, ਜਿਸ ਬਖਸ਼ੇ ਜਿਸ ਨਦਰ ਕਰੇ ਰਹਾਓ। ਸੈਂਟਰਲ ਆਈਡੀਆ ਹੈ, ਜਿੰਨੇ ਵੀ ਵਰਤਾਰੇ ਵਰਤ ਰਹੇ ਨੇ, ਹਰ ਰੰਗ ਰੂਪ ਦੇ ਵਿੱਚ, ਹਰ ਵਰਤਾਰੇ ਵਿੱਚ ਤੂੰ ਵਸ ਰਿਹਾ। ਜੇ ਸੱਚਾ ਗਿਆਨ ਹਰ ਵਰਤਾਰੇ ਵਿੱਚੋਂ ਮਹਿਸੂਸ ਹੋਣ ਲੱਗ ਗਿਆ, ਹਰ ਵਰਤਾਰੇ ਵਿੱਚੋਂ ਲੱਗਿਆ ਕਿ ਰੱਬ ਕਮਾਲ ਦੇ ਕੌਤਕ ਵਰਤਾ ਰਿਹਾ, ਤਾਂ ਉਹਦੀ ਬਖਸ਼ਿਸ਼ ਮਿਲਦੀ ਹੈ। ਉਹਦੀ ਬਖਸ਼ਿਸ਼ ਮਿਲਦੀ ਹੈ ਜਦੋਂ ਸੋਚ ਸੁਭਾਅ ਗੁਰਮਤਿ ਅਨੁਸਾਰ ਹੋਏਗਾ, ਗੁਰਬਾਣੀ ਅਨੁਸਾਰ ਹੋਏਗਾ, ਤੇ ਰੱਬ ਦੀ ਨਜ਼ਰ ਪਵੇਗੀ, ਮਿਹਰ ਦ੍ਰਿਸ਼ਟੀ। ਤੇ ਤੂੰ ਆਪਣੀ ਮਿਹਰ ਦ੍ਰਿਸ਼ਟੀ ਕਰ ਰਿਹਾ ਵਾਹਿਗੁਰੂ ਜੀ, ਤੁਸੀਂ ਆਪਣੀ ਬਖਸ਼ਿਸ਼ ਦੇ ਰਹੇ ਹੋ। ਅਨੇਕਾਂ ਤਰ੍ਹਾਂ ਦੇ ਰੂਪ ਰੰਗ ਨੇ ਤੇਰੀ ਬਖਸ਼ਿਸ਼ ਦੇਣ ਦੇ, ਤੇਰੇ ਵਰਤਾਰਿਆਂ ਦੀਆਂ ਕਮਾਲ ਹੀ ਖੇਡਾਂ ਨੇ। ਸੈਂਟਰਲ ਆਈਡੀਆ ਰਹਾਉ ਪਦ ਹੈ। ਰੱਬ ਹਰ ਵਰਤਾਰੇ ਵਿੱਚੋਂ ਬਖਸ਼ਾਂ ਦੇ ਰਿਹਾ, ਸਾਨੂੰ ਕਿਉਂ ਨਹੀਂ ਮਿਲ ਰਹੀ? ਜੇ ਰੱਬ ਹਰ ਵਰਤਾਰੇ ਵਿੱਚ ਸੱਚਾ ਗਿਆਨ ਬਣ ਕੇ, ਸਾਨੂੰ ਉਹ ਸੱਚਾ ਗਿਆਨ ਕਿਉਂ ਨਹੀਂ ਸਮਝ ਆ ਰਿਹਾ? ਜੇ ਰੱਬ ਹਰ ਵੇਲੇ ਸਾਡੇ ਅੰਦਰ ਬਾਹਰ ਹੈ, ਸਾਨੂੰ ਮਹਿਸੂਸ ਕਿਉਂ ਨਹੀਂ ਹੋ ਰਿਹਾ? ਉਹਦਾ ਕਾਰਨ ਸਾਸ ਬੁਰੀ ਘਰ ਵਾਸ ਨਾ ਦੇਵੈ, ਫਿਰ ਸਿਉ ਮਿਲਣ ਨਾ ਦੇ ਬੁਰੀ। ਹੁਣ ਇੱਥੇ ਇੱਕ ਉਦਾਹਰਨ ਦਿੱਤੀ ਗਈ। ਇਹ ਸੱਸ ਬੜੀ ਕੁਪੱਤੀ ਹੈ, ਆਪਣੇ ਪੁੱਤ ਦੇ ਕੰਨ ਭਰਦੀ ਹੈ, ਕੰਨ ਭਰ ਭਰ ਕੇ ਆਪਣੀ ਨੂੰਹ ਪ੍ਰਤੀ ਉਹਦੇ ਅੰਦਰ ਨਫ਼ਰਤ ਭਰ ਦਿੰਦੀ ਹੈ। ਪਤੀ ਪਤਨੀ ਦਾ, ਪੁੱਤ ਤੇ ਨੂੰਹ ਦਾ ਆਪਸ ਵਿੱਚ ਫ੍ਰਿਕਸ਼ਨ ਪੈ ਜਾਂਦੀ ਹੈ, ਉਹ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਨੇ। ਮਿਲਣ ਨਹੀਂ ਦੇ ਰਹੀ ਕੁਪੱਤੀ ਸੱਸ, ਘਰਾਂ ਵਿੱਚ ਵਾਪਰਦਾ ਹੈ। ਜਿਹੜੀ ਸੱਸ ਸੋਚ ਪੱਖੋਂ ਅੰਦਰੋਂ ਬੈਕਵਰਡ ਹੈ, ਛੋਟਾ ਸੁਭਾਅ, ਸੁੰਗੜੀ ਹੋਈ ਸੋਚ ਹੈ, ਉਹ ਆਪਣੇ ਪੁੱਤ ਦਾ ਘਰ ਆਪ ਹੀ ਪੱਟ ਦਿੰਦੀ ਹੈ।
ਇੱਥੇ ਬੁਰੀ ਸੱਸ ਹੈ ਉਹ ਕੁਸੰਗੀ ਮੱਤ, ਜਿਹੜੀ ਮੱਤ ਨਿੰਦਾ ਦੇ ਰਸ ਵਿੱਚ ਖਿੱਚਦੀ ਹੈ, ਨਫ਼ਰਤ, ਲੋਭ, ਲਾਲਚ ਵਿੱਚ ਖਿੱਚਦੀ, ਲੋਕ ਲਾਜ ਦੀ ਆਦਤਾਂ ਵਿੱਚ, ਹੰਕਾਰ, ਗੁਮਾਨ, ਵਿਖਾਵੇ ਵਿੱਚ ਖਿੱਚਦੀ ਹੈ। ਇਹ ਜਿਹੜੀ ਮੱਤ ਹੈ ਨਾ, ਕੁਸੰਗੀ ਮੱਤ, ਇਹ ਬੁਰੀ ਸੱਸ ਹੈ। ਇਹ ਮਨ ਰੂਪੀ ਜਿਹੜੀ ਅਸਲੀ ਸੋਚ ਹੈ ਨਾ, ਗੁਰੂ ਦੀ ਸੋਚ, ਉਸ ਨੂੰ ਇਹ ਪ੍ਰਭੂ ਦੇ ਨਾਲ ਮਿਲਣ ਨਹੀਂ ਦੇ ਰਹੀ। ਸਖੀ ਸਾਜਨੀ ਕੇ ਹੋਂ ਚਰਨ ਸਰੇਵੋਂ, ਹਰ ਗੁਰ ਕਿਰਪਾ ਤੇ ਨਦਰ ਧਰੀ। ਤੇ ਜਦੋਂ ਸਾਡੀ ਮੱਤ ਗਿਆਨ ਇੰਦਰੇ, ਕਰਮ ਇੰਦਰੇ, ਇਹਦੀਆਂ ਸਖੀਆਂ ਸਹੇਲੀਆਂ ਨੇ, ਅੱਖਾਂ, ਕੰਨ, ਨੱਕ, ਹਰ ਵੇਲੇ ਨਾਲ ਰਹਿੰਦੇ ਨੇ ਇਹ ਸੋਚਦੇ। ਜਦੋਂ ਇਹਨਾਂ ਵਿੱਚ ਗੁਰੂ ਦਾ ਗਿਆਨ ਸਿੰਜਿਆ ਜਾਂਦਾ ਹੈ, ਗੁਰੂ ਦਾ ਉਪਦੇਸ਼ ਸਿੰਜਿਆ ਜਾਂਦਾ ਹੈ, ਇਹ ਗੁਰੂ ਦੇ ਉਪਦੇਸ਼ ਅਨੁਸਾਰ ਇਸ ਨੂੰ ਮੈਨੇਜ ਕੀਤਾ ਜਾਂਦਾ ਹੈ, ਫਿਰ ਰੱਬ ਦੇ ਚਰਨ ਕੀ ਹੈ? ਰੱਬ ਦੇ ਉਪਦੇਸ਼ ਨੇ, ਰੱਬ ਦੇ ਗੁਣ ਨੇ। ਸਿਰੇਵਣਾ ਕੀ ਹੈ? ਰੱਬ ਦੇ ਉਪਦੇਸ਼ ਨੂੰ ਜ਼ਿੰਦਗੀ ਜਿਉਣਾ ਤੇ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ ਵੀ ਹੈ। ਸ਼ੁਕਰਾਨੇ ਵਿੱਚ ਗੁਣਾਂ ਨੂੰ ਦੂਸਰਿਆਂ ਦੇ ਪਰਉਪਕਾਰ ਲਈ ਵੀ ਵਰਤਣਾ। ਕਦੋਂ ਹੋਏਗਾ? ਜਦੋਂ ਹਰੀ ਤੇ ਗੁਰ ਸਰੂਪ ਦੀ ਕਿਰਪਾ ਹੁੰਦੀ, ਰੱਬ ਦੀ ਕਿਰਪਾ ਹੁੰਦੀ, ਗੁਰ ਸਰੂਪ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਉਹਦੇ ਨਾਲ ਫਿਰ ਮਿਹਰ ਦ੍ਰਿਸ਼ਟੀ ਮਿਲਦੀ। ਮਿਲਦੀ ਕਿਵੇਂ? ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ। ਜਦੋਂ ਆਪਣੇ ਸੁਭਾਅ ਨੂੰ, ਸੋਚ ਨੂੰ ਪੜਚੋਲਿਆ, ਸੋਚ ਸੁਭਾਅ ਦਾ ਕੁਝ ਹਿੱਸਾ ਜਿਹੜਾ ਹੈ ਆਪਣੇ ਅੰਦਰੋਂ ਕੱਢ ਦਿੱਤਾ, ਮਾਰ ਦਿੱਤਾ, ਫਿਰ ਪਤਾ ਲੱਗਿਆ ਰੱਬ ਤੋਂ ਬਿਨਾਂ ਕੋਈ ਅਸਲੀ ਮਦਦਗਾਰ ਹੀ ਨਹੀਂ। ਜਿੰਨਾ ਚਿਰ ਲੋਕ ਲਾਜ ਵਿੱਚ ਫਸੇ ਹੋਏ ਸੀ ਨਾ, ਜਿੰਨਾ ਚਿਰ ਲੋਕਾਂ ਤੇ ਭਰੋਸਾ ਸੀ, ਆ ਮੈਨੂੰ ਸਹਿਯੋਗ ਦੇ ਰਿਹਾ, ਮੈਨੂੰ ਸਹਿਯੋਗ ਦੇ ਰਿਹਾ, ਉਹਨਾਂ ਚਿਰ ਸਮਝ ਹੀ ਨਹੀਂ ਸੀ ਆਉਂਦੀ ਆਪਣਾ ਕੌਣ, ਬੇਗਾਨਾ ਕੌਣ। ਦੁੱਖਾਂ ਦੀਆਂ ਗਲੀਆਂ ਵਿੱਚੋਂ ਦੀ ਨਿਕਲ ਕੇ ਅਸਲੀਅਤ ਪਤਾ ਲੱਗੀ। ਅਸਲੀ ਮਦਦਗਾਰ, ਅਸਲੀ ਮਿੱਤਰ ਤੇ ਵਾਹਿਗੁਰੂ ਜੀ ਆਪ ਨੇ। ਇਹ ਵਾਹਿਗੁਰੂ ਜੀ, ਜਿਉਂ ਤੂੰ ਰਾਖੈਂ ਤੇ ਵੀ ਰਹਿਣਾ, ਦੁੱਖ ਸੁੱਖ ਦੇਵੈਂ ਕਰੈਂ ਸੋਈ। ਫਿਰ ਇੱਕ ਭਾਵਨਾ ਬਣੀ, ਵਾਹਿਗੁਰੂ ਜੀ ਹਾਲਾਤ ਜੋ ਮਰਜ਼ੀ ਹੋਣ, ਸਿਚੁਏਸ਼ਨ ਜੋ ਮਰਜ਼ੀ ਹੋਵੇ, ਸਰਕਮਸਟੈਂਸਿਸ ਜੋ ਮਰਜ਼ੀ ਹੋਣ, ਚਾਹੇ ਸੁੱਖ ਚਾਹੇ ਦੁੱਖ, ਚਾਹੇ ਦੁਨੀਆ ਦੇਵੇ ਸਹਿਯੋਗ ਤੇ ਚਾਹੇ ਕਰੇ ਵਿਰੋਧ, ਚਾਹੇ ਚੰਗੇ ਪੁਰਸ਼ ਕਰਨ ਵਡਿਆਈ ਤੇ ਚਾਹੇ ਬੁਰੀ ਸੋਚ ਵਾਲੇ ਲੋਭੀ ਲੋਕ ਕਰਨ ਨਿੰਦਾ, ਕੋਈ ਗੱਲ ਨਹੀਂ, ਤੇਰੀ ਰਜ਼ਾ ਵਿੱਚ ਰਹਿਣਾ ਹੈ, ਤੂੰ ਹੀ ਮੇਰਾ ਹੈ ਤੇ ਤੇਰੇ ਪਿਆਰ ਵਿੱਚ ਤੁਰਨਾ ਹੈ, ਆਪਾ ਵਾਰਨਾ ਹੈ। ਜਦੋਂ ਇਹ ਸਮਝ ਆਈ, ਆਸ਼ਾ ਮਨਸ਼ਾ ਦੋ ਬਿਨਾਸਤ, ਤ੍ਰਿਹਗੁਣ ਆਸ ਨਿਰਾਸ਼ ਭਈ। ਮਾਇਆ ਦੇ 3 ਗੁਣ, ਤਮਾ, ਇੱਥੋਂ ਵੀ ਮੈਨੂੰ ਮਿਲੇ, ਇੱਥੋਂ ਵੀ ਮਿਲੇ, ਇੱਥੋਂ ਮਿਲੇ, ਸਵਾਰਥੀ, ਲੋਭੀ ਬਣ ਜਾਂਦਾ ਬੰਦਾ। ਰਜੋਗੁਣ, ਫਿਰ ਜੋ ਕੁਛ ਇਹ ਪ੍ਰਾਪਤ ਕਰਦਾ, ਧਨ, ਪਦਾਰਥ, ਪ੍ਰਾਪਰਟੀ, ਫਿਰ ਇਹਨੂੰ ਸੋਚਦਾ ਮੇਰਾ ਪ੍ਰਭਾਵ ਬਣੇ ਦੂਜਿਆਂ ਤੇ, ਫਿਰ ਇਸ ਨੂੰ, ਪੈਸੇ ਨੂੰ, ਪਦਵੀ ਨੂੰ ਦੂਜਿਆਂ ਦੇ ਪ੍ਰਭਾਵ ਪਾਉਣ ਲਈ ਵਰਤਦਾ, ਇਹ ਰਜੋਗੁਣ ਬਣ ਜਾਂਦਾ। ਸਤੋਗੁਣ, ਧਰਮ ਦੇ ਮਾਮਲੇ ਵਿੱਚ ਵੀ ਇਹਨੇ ਸਵਾਰਥੀ ਵਿੱਚ ਆਪਣਾ ਲੈ ਆਂਦਾ। ਬਾਣੀ ਪੜ੍ਹਾਂ ਮਿਲੇ, ਸੇਵਾ ਕਰਾਂ ਮਿਲੇ, ਜੋ ਕਰ ਰਿਹਾ ਕੁਛ ਲੈਣ ਦੀ ਬਿਰਤੀ ਨਾ ਕਰ ਰਿਹਾ। ਇਹ 3 ਗੁਣਾਂ ਦੀ ਜਿਹੜੀ ਆਸ ਸੀ, ਉਮੀਦ ਸੀ, ਉਹਦੇ ਤੋਂ ਨਿਰਾਸ਼ ਹੋ ਗਿਆ। ਮਨ ਆਖੋ ਵਾਹਿਗੁਰੂ ਨਹੀਂ, ਲੈਣ ਦੀ ਬਿਰਤੀ ਨਹੀਂ, ਕੁਛ ਦੇਣ ਦੀ, ਕੁਛ ਵੰਡਣ ਦੀ ਬਿਰਤੀ, ਸਦ ਪਰਉਪਕਾਰੀ ਬਣੇ। ਮੈਂ ਕਿਸੇ ਤੇ ਪ੍ਰਭਾਵ ਪਾ ਕੇ ਕੀ ਲੈਣਾ ਹੈ? ਮੇਰੇ ਪ੍ਰਭੂ ਦਾ ਪ੍ਰਭਾਵ ਸਾਰਿਆਂ ਤੇ ਹੈ, ਮੇਰੇ ਗੁਰੂ ਦਾ ਪ੍ਰਭਾਵ ਸਾਰਿਆਂ ਤੇ। ਫਿਰ ਅਸਲੀ ਧਰਮੀ ਜੀਵਨ ਜਿਉਣਾ ਆ ਗਿਆ। ਇਹ ਆਸ਼ਾ ਮਨਸ਼ਾ ਦੋ ਵਿਨਾਸਤ, ਇਹਨੇ ਮਨ ਦੀਆਂ ਇੱਛਾਵਾਂ ਹੀ ਖਤਮ ਕਰ ਦਿੱਤੀਆਂ, ਉਮੀਦ ਹੀ ਖਤਮ ਕਰ ਦਿੱਤੀ। ਮੈਂ ਤਾਂ ਜ਼ਿੰਮੇਵਾਰੀ ਨਿਭਾਉਣੀ ਹੈ, ਆਪਾ ਵਾਰਨਾ ਹੈ, ਰਿਜ਼ਲਟ ਤਾਂ ਮੇਰੇ ਗੁਰੂ ਨੇ ਦੇਖਣਾ। ਕਾਹਦੀਆਂ ਉਮੀਦਾਂ, ਕਾਹਦੀਆਂ ਆਸ਼ਾ, ਉਹਦੇ 'ਚ ਆਨੰਦ ਬੜਾ ਹੈ। ਇਸ ਅਵਸਥਾ ਵਿੱਚ ਤੁਰਿਆ ਅਵਸਥਾ ਗੁਰਮੁਖ ਪਾਈਐ, ਸੰਤ ਸਭਾ ਕੀ ਓਟ ਲਹੀ। ਸੰਤ ਸਭਾ, ਗੁਰੂ ਦੀ ਸੰਗਤ, ਗੁਰੂ ਦੀ ਸੰਗਤ ਦੀ ਓਟ ਲੈਣ ਦੇ ਅਰਥ ਹੈ ਗੁਰੂ ਦੇ ਉਪਦੇਸ਼ ਦੇ ਲਈ ਆਪਾ ਵਾਰ ਦੇਣਾ, ਮੰਨਣ ਲਈ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਮੰਨਣ ਵਾਸਤੇ ਜਦੋਂ ਆਪਾ ਵਾਰਿਆ, ਗੁਰੂ ਪਾਤਸ਼ਾਹ ਦੇ ਦੱਸੇ ਹੋਏ ਮਿਸ਼ਨ ਤੇ ਜੀਵਨ ਦੇ ਤੁਰਨ ਲਈ ਆਪਾ ਵਾਰਿਆ, ਉਹ ਤੁਰਿਆ ਅਵਸਥਾ ਹੈ। ਉਹ ਤਮੋ ਰਜੋ ਸਤੋ ਵਾਲੀ ਨਹੀਂ ਹੈ, ਉਹਦੇ ਤੋਂ ਨਿਰਲੇਪ ਅਵਸਥਾ ਹੈ। ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਲਖ ਅਭੇਵਾ। ਕੋਈ ਕਹਿੰਦਾ ਗਿਆਨ ਪ੍ਰਾਪਤ ਹੋਵੇ, ਕੋਈ ਕਹਿੰਦਾ ਸਮਾਧੀ ਲੱਗੇ, ਧਿਆਨ ਸਮਾਧੀ ਹੁੰਦਾ ਹੈ, ਕੋਈ ਵੱਖ-ਵੱਖ ਕਿਸਮ ਦੇ ਧਾਰਮਿਕ ਰਸਮ ਰਿਵਾਜ ਨਿਭਾਉਂਦਾ ਹੈ, ਜਪ ਤਪ ਕਰਦਾ ਹੈ। ਸਤਿਗੁਰੂ ਕਹਿੰਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਬਸਣਾ ਹੀ ਜਪ ਤਪ ਹੈ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ, ਉਹਦੀ ਭੈ ਪਾਵਨੀ ਵਿੱਚ ਫੈਸਲੇ ਲੈਣੇ, ਇਹੀ ਸਭ ਤੋਂ ਵੱਡੀ ਸਮਾਧੀ, ਇਹੀ ਸਭ ਤੋਂ ਵੱਡਾ ਗਿਆਨ, ਇਹੀ ਸਭ ਤੋਂ ਵੱਡਾ ਜਪ ਤਪ,
ਇਹੀ ਸਭ ਤੋਂ ਵੱਡੇ ਧਰਮ ਕਰਮ ਤੋਂ ਕਿਤੇ ਉੱਪਰ ਹੈ ਇਹ। ਨਾਨਕ RAM ਨਾਮ ਮਨ ਰਾਤਾ, ਗੁਰਮਤਿ ਪਾਏ ਸਹਿਜ ਸੇਵਾ। ਇਹ ਨਾਨਕ ਜੀ, ਜਿਨ੍ਹਾਂ ਨੂੰ ਰੱਬੀ ਉਪਦੇਸ਼ ਵਾਲੀ ਸੋਚ ਮਿਲ ਗਈ, ਗੁਰਮਤਿ, ਉਹ ਰੱਬ ਦੇ ਉਪਦੇਸ਼, ਰੱਬ ਦੇ ਪਿਆਰ ਵਿੱਚ ਮਨ ਭਿੱਜ ਗਿਆ। ਫਿਰ ਉਹ ਆਪਾ ਵਾਰਦਾ ਹੈ, ਉਹਦੇ ਕੋਲ ਜਜ਼ਬਾ ਜਨੂਨ ਹੁੰਦਾ ਹੈ, ਉਹਦੇ ਕੋਲ ਸਹਿਜ ਹੁੰਦਾ ਹੈ। ਉਹ ਸੇਵਾ ਦੇ ਮਿਸ਼ਨ ਤੇ ਤੁਰਦੇ ਨੇ, ਪਰਉਪਕਾਰੀ ਹੁੰਦੇ ਨੇ। ਸਤਿਗੁਰੂ ਕਿਰਪਾ ਕਰਨ, ਜਿੰਨੀ ਕੁ ਗੁਰਬਾਣੀ ਸਮਝੀਏ ਉਸ ਨੂੰ ਪ੍ਰੈਕਟੀਕਲ ਜਿਉਈਏ, ਪਰਉਪਕਾਰੀ ਬਣੀਏ, ਦੂਜਿਆਂ ਲਈ ਜਿਉਈਏ, ਕੌਮ ਦੀ ਚੜ੍ਹਦੀ ਕਲਾ ਲਈ ਸੋਚੀਏ, ਕੌਮ ਦੀ ਚੜ੍ਹਦੀ ਕਲਾ ਦੇ ਬੀਜ ਬੀਜੀਏ ਜਿੱਥੇ ਹੋ ਸਕਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣਾ ਤੇ ਘਰ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਲਿਜਾਣਾ ਕੌਮ ਦੀ ਚੜ੍ਹਦੀ ਕਲਾ ਲਈ ਸਭ ਤੋਂ ਸਾਰਥਿਕ ਇਹ ਉਦਮ ਹੋਏਗਾ। ਹਰ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ